ਵਿਖੇ ਬਾਬਾ ਨੰਦ ਸਿੰਘ ਜੀ ਦੀ 79ਵੀਂ ਬਰਸੀ ਮਨਾਉਣ ਲਈ ਰਖਾਈ ਗਈ ਇਕੋਤਰੀ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੁਧਿਆਣਾ ਆਦਿ ਸ਼ਹਿਰਾਂ ਤੋਂ ਲਿਆਂਦੇ ਗਏ ਸਨ। ਜਦੋਂ ਇਹਨਾਂ ਸਰੂਪਾਂ ਨੂੰ ਵਾਪਸ ਛੱਡਣ ਸਮੇਂ ਜੋ ਬੇਅਦਬੀ ਹੋਈ ਸੀ, ਉਸ ਦੇ ਵਿਰੋਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਜਿੱਥੇ ਇਸ ਦਾ ਵਿਰੋਧ ਕੀਤਾ ਗਿਆ, ਉੱਥੇ ਹੀ ਜਗਰਾਓਂ ਪੁਲਿਸ ਨੂੰ ਮੰਗ ਪੱਤਰ ਦੇ ਕੇ ਪ੍ਰਬੰਧਕਾਂ ਵਿਰੁੱਧ 295 ਏ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਤਰਲੋਚਨ ਸਿੰਘ ਸੋਹਲ, ਰਾਜਾ ਸਿੰਘ ਖੁਖਰਾਣਾ, ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਵਰਤਾਰੇ ਦੀ ਸੂਹ ਮਿਲੀ ਤਾਂ ਉਹ 29 ਅਗਸਤ ਨੂੰ ਨਾਨਕਸਰ ਪੁੱਜੇ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ 20 ਦੇ ਕਰੀਬ ਗੱਡੀਆਂ ਦੀਆਂ ਪਿਛਲੀਆਂ ਸੀਟਾਂ 'ਤੇ ਰੱਖ ਕੇ ਤੋਰਿਆ ਗਿਆ ਤੇ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦੇ ਜੁੱਤੀਆਂ ਵੀ ਪਹਿਨੀਆਂ ਹੋਈਆਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ 'ਤੇ ਚੌਰ ਦੀ ਸੇਵਾ ਕਰਨ ਲਈ ਕੋਈ ਸਿੰਘ ਵੀ ਨਹੀਂ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਜਗਰਾਓਂ ਦੇ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜਲਦ ਨਾਨਕਸਰ ਦੇ ਪ੍ਰਬੰਧਕਾਂ, ਗੱਡੀ ਚਲਾਉਣ ਵਾਲੇ ਡਰਾਈਵਰਾਂ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪੁਲਿਸ ਵੱਲੋਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਖਿਲਾਫ ਜਲਦ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਕੌਮ ਤਿੱਖਾ ਸੰਘਰਸ਼ ਵਿੱਢੇਗੀ। ਉਧਰ ਸਤਿਕਾਰ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਇੱਕ ਕਮੇਟੀ ਗਠਨ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। चलो वीर अगे अगे चलो अगे वीडियो बनाओ बनाओ आ जोड़े निकले चमड़े दे जोड़े आई छड़ दिए ते कट दिए कार आओ देखो जोड़े बैठ थले इधर देखो जोड़े पे आ जोड़े पे सारिया गाड़ियां ड्राइवर सीट तो जुटियां पईयां ਪਿੱਛੇ ਰੱਖੇ ਆਪ ਇਸ ਚੀਜ਼ ਦੀ ਐਵੇਂ ਜਾਓ ਨਹੀਂ ਕਰਨਾ। ਠੀਕ ਹੈ ਠੀਕ ਹੈ। ਇੱਕ ਮਿੰਟ, ਆਸ਼ਾ ਸਿੰਘ ਜਾਣੇ ਕਿੱਥੇ ਨੇ? ਇਹ ਜੀ ਜੱਸਲ ਪਰਿਵਾਰ ਦੇ ਘਰ ਜਾਂਦੇ ਆ ਜੀ, ਮਾਡਲ ਟਾਊਨ। ਉਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ
ਉੱਥੇ ਤੇ ਬੜਾ ਸੋਹਣਾ ਗੁਰੂ ਸਾਹਿਬ ਦਾ ਬਹੁਤ ਵੱਡਾ ਕਮਰਾ ਜੀ ਨਹੀਂ ਪਰ ਗੱਡੀ ਦੇ ਪਿੱਛੇ ਤਾਂ ਨਹੀਂ ਨਾ ਆਪਾਂ ਮਹਾਰਾਜ ਨੂੰ ਠੀਕ ਹੈ ਤੁਸੀਂ ਪਿੱਛੇ ਕਿਉਂ ਲੈ ਕੇ ਆਏ? ਕਿੱਥੇ ਇੱਕ ਉਹ ਜਿਹੜਾ ਗੁਰਦੁਆਰਾ ਵਾ ਉਹ ਸਿੰਘ ਸਭਾ ਵਿਸ਼ਕਰਮਾ ਨੂੰ ਤੁਹਾਨੂੰ ਮਰਿਆਦਾ ਤਾਂ ਨਹੀਂ ਦੱਸਿਆ ਉਹਨੇ ਮਰਿਆਦਾ ਕੀ ਹੁੰਦੀ ਆ ਜੀ ਹੁਣ ਤਾਂ ਕਰਦੇ ਇਹ ਗੱਲ ਕਰਦੇ ਤੁਹਾਨੂੰ ਮਰਿਆਦਾ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਹੈਗਾ ਜੀ ਜਿਵੇਂ ਹੁਣ ਸਾਰੇ ਲੈ ਕੇ ਜਾ ਰਹੇ ਆ ਟਕਨਾਲੀ ਤੇ ਨਹੀਂ ਮਰਿਆਦਾ ਬੇਟਾ ਜਿੰਨਾ ਕੁ ਮੈਨੂੰ ਪਤਾ ਉਹਦੇ ਲਈ ਇਹ ਵੀ ਤੁਸੀਂ ਕਹਿੰਦੇ ਇਹ ਜਿਵੇਂ ਸਰਕਾਰ ਕਮੇਟੀ ਵਾਲੇ ਨਹੀਂ ਕਹਿੰਦੀ 5 ਸਿੰਘ ਹੋਣੇ ਚਾਹੀਦੇ ਆ ਤੁਸੀਂ ਪਾਸ਼ਾ ਨੂੰ ਪਿੱਛੇ ਰੱਖਿਆ ਆਪਦੀ ਅੱਗੇ ਤੂੰ ਪਿੱਠ ਕਰੀ ਬੈਠਾ ਆ ਪਾਸ਼ਾ ਹੁਣ ਜੀ ਗੱਡੀ ਹੁਣ ਜਿਵੇਂ ਜਾਣੀ ਆ ਕੌਣ ਤੇਰਾ ਆਪਣੇ ਇੰਚਾਰਜ ਕੋਣ ਗੁਰਦੁਆਰਾ ਸਾਹਿਬ ਦਾ ਆਪਣੇ ਜੀ ਉਹ ਨੇ ਹਜੇ ਕਰਮਜੀਤ ਸਿੰਘ ਜੀ ਨੇ ਪਰਮਜੀਤ ਸਿੰਘ ਕਰਮਜੀਤ ਸਿੰਘ ਚੱਲ ਜਾ ਠੀਕ ਹੈ ਜੀ ਤੁਹਾਡੀ ਗੱਲ ਚਲੋ ਜੀ ਠੀਕ ਆ ਉੱਥੇ ਕੱਲ੍ਹ ਜਾ ਕੇ ਜੀ ਕੱਲ੍ਹ ਸਵੇਰੇ ਸਾਨੂੰ ਪਿਛਲੇ ਸਾਲ ਵੀ ਪਤਾ ਲੱਗਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆ ਜਿਹੜੇ ਆ ਉਹ ਬਾਹਰੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਤੋਂ ਲੁਧਿਆਣੇ ਤੋਂ ਲਿਆਂਦੇ ਜਾਂਦੇ ਆ ਉਹ ਵੱਖ-ਵੱਖ ਗੱਡੀਆਂ ਦੇ ਵਿੱਚ ਲਿਆਂਦੇ ਜਾਂਦੇ ਆ ਅਤੇ ਜੋੜੇ ਪਾ ਕੇ ਅਤੇ ਆਮ ਲੋਕ ਜਿਹੜੇ ਉਹ ਲੈ ਕੇ ਆਉਂਦੇ ਆ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆ। ਉਸੇ ਕੜੀ 'ਚ ਅਸੀਂ ਕੱਲ੍ਹ ਸਵੇਰੇ ਵੇਲੇ ਸਿਰ ਹੀ ਉੱਥੇ ਪਹੁੰਚ ਗਏ ਅਤੇ ਜਾ ਕੇ ਪਹੁੰਚ ਕੇ ਵੇਖਿਆ ਅਤੇ ਪ੍ਰਬੰਧਕਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਦੋਂ ਛੋਟੀਆਂ ਗੱਡੀਆਂ ਦੇ ਵਿੱਚ ਜਾਂਦੇ ਆ ਅਤੇ ਜੋੜੇ ਪਾ ਕੇ ਇਕੱਲੇ ਜਿਹੜੇ ਆਦਮੀ ਉਹ ਲੈ ਕੇ ਜਾਂਦੇ ਆ ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਅਤੇ ਅਸੀਂ ਉੱਥੇ ਬੈਠਣ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਜਿਵੇਂ ਪਾਲਕੀ ਸਾਹਿਬ ਆ ਗੁਰੂ ਸਾਹਿਬ ਦਾ ਮਾਣ ਸਤਿਕਾਰ ਹੋਣਾ ਚਾਹੀਦਾ ਉਸ ਤਰ੍ਹਾਂ ਪ੍ਰਬੰਧ ਕਰਕੇ ਖੜਨਾ ਚਾਹੀਦਾ, ਪਰ ਉਹਨਾਂ ਨੇ ਇਸ ਗੱਲ 'ਤੇ ਜਿਹੜਾ ਉਹ ਕੋਈ ਮੰਨੇ ਨਾ। ਸ਼ਾਮਾਂ ਨੂੰ ਜਦੋਂ 3 ਵੱਜ ਕੇ ਕੁਝ ਮਿੰਟਾਂ 'ਤੇ ਗੱਡੀਆਂ ਆਈਆਂ ਬਾਹਰੋਂ ਵੱਡੇ ਨੰਬਰਾਂ ਵਾਲੀਆਂ, ਕੋਈ ਲੁਧਿਆਣੇ ਤੋਂ ਕੋਈ ਕਿਤੇੋਂ, ਉੱਥੇ ਆਣ ਕੇ ਜਿਹੜਾ ਗ੍ਰੰਥੀ ਸਿੰਘਾਂ ਦਾ ਲੰਗਰ ਆ ਲਿਆ ਉਹਦੇ ਵਿੱਚ ਆਣ ਕੇ ਖੜ ਗਈਆਂ ਅਤੇ ਅੰਦਰੋਂ ਮੁੜ ਕੇ ਅਸੀਂ ਵੀ ਉੱਥੇ ਗਏ ਹਾਂ ਮੌਕੇ 'ਤੇ ਜਾ ਕੇ ਵੇਖਿਆ ਅਤੇ ਮਹਾਰਾਜ ਦੇ ਪਾਵਨ ਸਰੂਪ ਲਾਈਨ ਦੇ ਵਿੱਚ 70-80 ਪਾਵਨ ਸਰੂਪ ਲਗਭਗ ਜਿਹੜੇ ਆ ਉਹ ਲੈ ਕੇ ਆਏ ਆ। ਉਹ 'ਚ ਇੱਕ ਬੰਦਾ ਗਾੜੀ ਇੱਕ ਚੌਰ ਸਾਹਿਬ ਕਰਦਾ ਸੀਗਾ ਮਹਾਰਾਜ ਪਾਵਨ ਸਰੂਪਾਂ 'ਤੇ, ਅਤੇ ਇੱਕ ਬੈਕ ਸਾਈਡ ਦੇ ਲਾਈਨ ਦੇ ਮਗਰਲੇ ਬੰਨੇ ਇੱਕ ਹੀ ਪਾਵਨ ਸਰੂਪ ਨੂੰ ਚੌਰ ਸਾਹਿਬ ਕਰਦਾ ਸੀ। ਬਾਕੀ ਜਿਹੜੇ ਆ ਲੋਕ ਆ ਉਹ ਉਸ ਤਰ੍ਹਾਂ ਹੀ ਮਹਾਰਾਜ ਸਾਹਿਬ ਲੈ ਕੇ ਆਏ। ਗੱਡੀਆਂ ਦੇ ਵਿੱਚ ਜਿਵੇਂ ਆਪਾਂ ਬੱਸ ਅੱਡੇ 'ਤੇ ਜਾਂਦੇ ਹਾਂ ਵੱਖੋ ਵੱਖਰੇ ਥਾਂ ਚੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਤਰ੍ਹਾਂ ਉੱਥੇ ਹੜਚਲ ਮੱਚ ਗਈ। ਫਿਰ ਆਣ ਕੇ ਉਹਨਾਂ ਨੇ ਪਾਵਨ ਸਰੂਪ ਪਿਛਲੀਆਂ ਸੀਟਾਂ 'ਤੇ ਚਾਦਰਾਂ ਵਿਛਾ ਕੇ ਬਿਰਾਜਮਾਨ ਕਰ ਦਿੱਤੇ। ਜਦੋਂ ਕੁਝ ਗੱਡੀਆਂ ਦੇ ਵਿੱਚ ਅਸੀਂ ਵੇਖੇ ਉੱਥੇ ਜੋੜੇ ਵੀ ਪਾਏ ਸੀ ਜਿਹੜੇ ਉਹਨਾਂ ਨੇ ਉਹ ਜੋੜੇ ਵੀ ਕਢਾਏ ਉੱਥੇ ਮੌਕੇ 'ਤੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਉਹ ਸਾਡੇ ਨਾਲ ਉਲਝ ਗਏ। ਉਹ ਸਾਡੇ ਨਾਲ ਕੋਈ ਝਗੜਾ ਕਰਨਾ ਚਾਹੁੰਦੇ ਸੀ, ਪਰ ਅਸੀਂ ਰਸਤੇ 'ਤੇ ਅਸੀਂ ਉੱਥੋਂ ਆ ਗਏ। ਅੱਗੇ ਆਣ ਕੇ ਜਦੋਂ ਰੇਲਵੇ ਫਾਟਕ 'ਤੇ ਗੱਡੀਆਂ ਰੁਕੀਆਂ ਸਾਰੀਆਂ, ਅਤੇ ਉੱਥੇ ਪੁਲਿਸ ਪ੍ਰਸ਼ਾਸਨ ਦੀ ਗੱਡੀ ਅੱਗੇ ਲੱਗੀ ਸੀਗੀ ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਰੋਕ ਕੇ ਆਹ ਚੀਜ਼ ਇਹਨਾਂ ਨੂੰ ਪੁੱਛਣੀ ਚਾਹੁੰਦੇ ਹਾਂ, ਕਿਉਂਕਿ ਇੱਕ ਹੀ ਬੰਦਾ ਗੱਡੀ ਚਲਾ ਰਿਹਾ, ਸਿਰ 'ਤੇ ਉਹਨੇ ਰੁਮਾਲ ਬੱਧਾ ਅਤੇ ਪਿਛਲੀ ਸੀਟ ਦੇ ਉੱਤੇ 2 ਪਾਵਨ ਸਰੂਪ ਬਿਰਾਜਮਾਨ ਕੀਤੇ, ਕਿਸੇ 'ਚ 2 ਕੀਤੇ, ਕਿਸੇ 'ਚ 3 ਕੀਤੇ ਆ, ਕਿਸੇ 'ਚ 1 ਕੀਤਾ। ਗੱਡੀ ਦਾ ਡਰਾਈਵਰ ਕਿਸੇ 'ਚ 1 ਹੀ ਆ, ਕਿਸੇ 'ਚ 2 ਜਣੇ ਬੈਠੇ ਆ, ਉਹ ਅਗਲੇ ਬੰਨੇ ਬੈਠੇ ਆ ਅਤੇ ਮਗਰ ਜਿਹੜੇ ਆ ਪਾਵਨ ਸਰੂਪ ਬਿਰਾਜਮਾਨ ਕੀਤੇ ਹੋਏ ਆ। ਉਹ ਫਿਰ ਅਸੀਂ ਉਦੋਂ ਬਾਅਦ ਉਹਨਾਂ ਨੂੰ ਡੱਕਣ ਦਾ ਯਤਨ ਕੀਤਾ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆ ਗਿਆ, ਉੱਥੇ SHO ਆ ਗਿਆ, DSP ਆ ਗਿਆ। ਇਹਨਾਂ ਨੇ ਪ੍ਰਸ਼ਾਸਨ ਪੁਲਿਸ ਬੁਲਾ ਲਈ, ਪੁਲਿਸ ਬੁਲਾ ਕੇ ਅਤੇ ਇਹਨਾਂ ਨੂੰ ਸਾਨੇ ਸਾਈਡ 'ਤੇ ਰੋਕਣ ਦਾ ਯਤਨ ਕੀਤਾ। ਅਤੇ ਜਦੋਂ ਰੋਕਿਆ ਵਾ 3-4 ਗੱਡੀਆਂ ਰੋਕੀਆਂ, ਬਾਕੀ ਉਹ ਗੱਡੀਆਂ ਜਿਹੜੀਆਂ ਉਹ ਲੈ ਗਏ ਉੱਥੋਂ ਭਜਾ ਕੇ। ਅਤੇ ਅਸੀਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਕਾਨੂੰਨੀ ਕਾਰਵਾਈ ਸਾਨੂੰ ਦੱਸੋ, ਅਸੀਂ ਕਰ ਦਿਆਂਗੇ। ਅਸੀਂ SSP ਸਾਹਿਬ ਦੇ ਦਫ਼ਤਰ ਗਏ ਹਾਂ, ਉਹਨਾਂ ਨੇ ਸਾਡੇ ਕੋਲ ਮੰਗ ਪੱਤਰ ਆਪਣਾ ਲਿਆ, ਦਰਖਾਸਤ ਲਈ, ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਪਰਚਾ ਦਰਜ ਕਰਾਂਗੇ। ਅੱਜ ਸਵੇਰੇ ਉਹਨਾਂ ਨੇ ਪਰਚਾ ਦਰਜ ਕੀਤਾ, FIR ਦਰਜ ਕੀਤੀ ਹੈ ਜਿਹੜੀ, ਉਹਦੇ ਵਿੱਚ ਇੱਕ ਹੀ ਬੰਦੇ ਦਾ ਨਾਮ ਪਾਇਆ ਜਿਹੜਾ ਕਿ ਗੱਡੀਆਂ ਦਾ ਪ੍ਰਬੰਧ ਕੀਤਾ, ਜਿਹਨੇ ਉਹਦਾ ਨਾਮ ਪਾ ਕੇ ਉਹ 'ਤੇ FIR ਦਰਜ ਕਰਤੀ ਹੈ, ਨਾਮਜ਼ਦਗੀ ਕਿਹਨੂੰ ਕੀਤਾ। ਦੂਜੀਆਂ ਗੱਡੀਆਂ ਦੇ ਇਕੱਲੀਆਂ ਦੇ ਨੰਬਰ ਪਾ ਦਿੱਤੇ ਆ। ਅਸੀਂ ਇਹ ਮੰਗਦੇ ਹਾਂ, ਮੰਗ ਸਾਡੀ ਇਹ ਆ ਸਾਰੇ ਸਿੰਘਾਂ ਦੀ ਕਿ ਇੱਕ ਦੇ ਗੱਡੀਆਂ ਦੇ ਜਿੰਨੇ ਡਰਾਈਵਰ ਆ ਉਹਨਾਂ ਦੀ ਗ੍ਰਿਫਤਾਰੀ ਪੈਣੀ ਚਾਹੀਦੀ, ਉਹ ਵੀ ਪਰਚੇ ਦੇ ਵਿੱਚ ਨਾਮਜ਼ਦ ਹੋਣ। ਦੂਜਾ ਜਿਹੜੇ ਜ਼ਿੰਮੇਵਾਰ ਨੇ ਬਾਬਾ ਲੱਖਾ ਸਿੰਘ ਜੀ, ਬਾਬਾ ਕਾਲਾ ਸਿੰਘ ਜੀ, ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ, ਹੋਰ ਬਾਕੀ ਦੇ ਸਾਰਾ ਇਹਨਾਂ ਦੀ ਜ਼ਿੰਮੇਵਾਰੀ ਹੇਠ ਆ। ਅਤੇ ਜਿਹੜੇ ਮੇਨ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆ, ਉਹਦੀ ਮਾਨ ਮਰਜ਼ਾਦਾ ਜਿਨ੍ਹਾਂ ਨੇ ਲਾਗੂ ਕਰਨੀ, ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ। ਇਹਨਾਂ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ, ਨਾਮਜ਼ਦ ਹੋਣੇ ਚਾਹੀਦੇ ਆ। ਜਿੰਨੇ ਜ਼ਿੰਮੇਵਾਰ ਆ ਉਹਨਾਂ ਦੀ ਗ੍ਰਿਫਤਾਰੀ ਪੈਣੀ ਚਾਹੀਦੀ ਆ। ਜੇਕਰ ਪ੍ਰਸ਼ਾਸਨ ਨੇ ਕੋਈ ਢਿੱਲ ਮੱਠ ਕੀਤੀ, ਇਹਨਾਂ ਦੀ ਗ੍ਰਿਫਤਾਰੀ ਨਾ ਪਾਈ 1-2 ਦਿਨਾਂ ਦੇ ਵਿੱਚ, ਅਤੇ ਫਿਰ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਜਿਹੜਾ ਅਗਲਾ ਸੰਘਰਸ਼ ਆ ਉਹ ਵਿੱਢਿਆ ਜਾਊਗਾ ਗੁਰਮਤਾ ਕਰਕੇ। ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਵੇਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ,
ਕਿ ਇਹ ਸੁੱਤੇ ਪਏ ਆ ਇਹਨਾਂ ਦੇ ਇਲਾਕੇ ਦੇ ਵਿੱਚ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਇੱਥੇ ਹੈਗੇ ਆ। ਕੱਲ ਦਾ ਕਿਸੇ ਦੇ ਕੰਨ ਤੇ ਜੂੰ ਨਹੀਂ ਸਿਰਕੀ, ਕੋਈ ਨਹੀਂ ਆਇਆ, ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੀ ਹੁੰਦਾ। ਫਿਰ ਇਹਨਾਂ ਨੇ ਪਾਵਨ ਸਰੂਪ ਜਿਹੜੇ ਆ ਉਹ ਬਹੁਤ ਗਿਣਤੀ 'ਚ ਕਿੱਥੋਂ ਆਏ ਆ, ਕਿੱਥੇ ਗਏ ਆ, ਉਹ ਕਿਹਨਾਂ ਦੇ ਕੋਲ ਆ, ਜ਼ਿੰਮੇਵਾਰੀ ਕਿਹਨਾਂ ਦੀ ਬਣਦੀ ਆ? ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਹੈ ਆ ਕਿ ਜਾਂ ਉਹਨਾਂ ਨੇ ਪਤਾ ਕੀਤਾ ਜਾਂ ਕੋਈ ਯਤਨ ਕੀਤਾ? ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪਹਿਲਾਂ ਟੀਮ ਬਣਾ ਕੇ ਤੇ ਉਹ ਜਿਹੜੇ ਪਾਵਨ ਸਰੂਪ ਆ ਉਹ ਆਪਣੇ ਕੋਲ ਲੈਣੇ ਚਾਹੀਦੇ ਆ। ਉਹਨਾਂ ਦਾ ਪਤਾ ਕਰਨਾ ਚਾਹੀਦਾ ਵੀ ਉਹ ਕਿੱਥੋਂ ਆਏ ਆ। ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਕਿ ਇਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਇਹ ਗੱਲਾਂ ਜਿਹੜੀਆਂ ਵਾ ਬਿਲਕੁਲ ਸਿੱਖ ਸੰਗਤਾਂ ਨੂੰ ਬੇਨਤੀਆਂ ਕਰਨੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਇਕੱਠ ਕਰਕੇ ਤੇ ਇਹਨਾਂ ਲੋਕਾਂ ਨੂੰ ਜਿਹੜੀ ਆ ਉਹ ਨੱਥ ਪਾਈ ਜਾਵੇ, ਜਿਹੜੇ ਆਪਣੇ ਆਪ ਨੂੰ ਜਿਹੜੇ ਆ ਉਹ ਸਿੱਖਾਂ ਦਾ ਥੰਮ ਸਮਝਦੇ ਨੇ ਤੇ ਇਹ ਆਪ ਹੀ ਖੁਦ ਡੇਰਿਆਂ ਦੇ ਵਿੱਚ ਜਿਹੜਾ ਵਾ ਸਿਰਫ ਇਹਨਾਂ ਮਾਇਆ ਮੁੱਖ ਰੱਖ ਲਈ ਆ ਤੇ ਮਰਜ਼ਾਦਾ ਜਿਹੜੀ ਉਹ ਛਿੱਕੇ ਤੇ ਟੰਗੀ ਆ। ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।